बब्बू मैं रोज़ यहाँ पे एक बात करता हूँ और वो इसलिए करता हूँ क्योंकि मेरी पैदाइश लायलपुर की है और जो फनकार बड़ा यहाँ पे आया है यकीन कीजिए वो नसीम विकी साहब हो या कैसर पिया हो या बब्बू राणा वो सब लायलपुर की पैदावार ਅਲਹਮਦੁਲਿਲਾ सर वो पानी इसको गल है वे मगर सर जी पानी पीन तो बाद इन्नी मेहनत करनी पैंदी है कि पानी मगर पसीना बह जाए तो फिर बंदा बब्बू राणा बनता है बस डॉक्टर साहब ऐसा ही है 97 ਦਾ ਮੈਂ ਸ਼ੁਰੂ ਹੋਇਆ जी जी बिल्कुल ਔਰ ਚਾਈਲਡ ਸਟਾਰ ਦੇ ਤੌਰ ਤੇ ਵੀ ਪਹਿਲੇ ਮੈਂ 92 93 ਚ ਕਰਦਾ ਰਿਹਾ ਰੇਡੀਓ ਫੈਸਲਾਬਾਦ अच्छा यार रेडियो फैसलाबाद एक चाइल्ड स्टार आंदा सी वो नाता भी पढ़दा सी हमदा भी पढ़दा सी ते ਜੀ ਉਹ ਮੈਂ ਸੀ नहीं, ਹਾਮਦ नहीं तू नहीं सा बिल्कुल तेरा नाम बब्बू राणा है उस चाइल्ड स्टार का नाम सी बाबर अली ਮੈਂ ਉਦੋਂ ਮੁਹੰਮਦ ਬਾਬਰ ਸਦੀਕ ਦੇ ਨਾਮ ਤੋਂ बाबर सदीक भी क्या बाबर बात अली है, भी तो क्या तू बाबर नाम अली तू भी। बड़े नाम बदले ने भाई ਤੇ ਉਹ ਫਿਰ ਲਾਹੌਰ ਆ ਗਏ ਜਦੋਂ ਲਾਹੌਰ ਆਇਆ ਤੇ ਫਿਰ ਮੈਂ ਇਹਨਾਂ ਦੇ ਮੂੰਹ ਤੇ ਨਹੀਂ ਇਹਨਾਂ ਦੀ ਯਾਨੀ ਕਿ ਕੰਨ ਪਿੱਛੇ ਵੀ ਤਾਰੀਫ ਉਹ ਹੁੰਦੀ ਜਿਹੜੀ ਬੰਦਾ ਕਿਸੇ ਦੇ ਕੰਨ ਪਿੱਛੇ ਨਹੀਂ ਮਨੀਫ ਔਰ ਭਾਈ ਨੇ ਔਰ ਕਾਫੀ ਇਸ ਤਰ੍ਹਾਂ ਦੇ ਹੋਰ ਵੀ ਕੁਝ ਦੋਸਤ ਨੇ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਡਾਕਟਰ ਸਾਹਿਬ ਤੁਸੀਂ ਵੀ ਇਹਦੇ ਵਿੱਚ ਸ਼ਾਮਲ ਹੋ ਕਿ ਅੱਛੇ ਟੈਲੈਂਟ ਨੂੰ ਹਮੇਸ਼ਾ ਪੇਸ਼ ਕੀਤਾ ਹੈ ਆਡੀਅנס ਦੇ ਸਾਹਮਣੇ ਛੁਪਾਇਆ ਨਹੀਂ बताया ਤੇ शोकेस ਅਲਹਮਦੁਲਿਲਾ ਸ਼ੁਕਰ ਹੈ ਇੰਨੇ ਵਰਗੇ ਭਰਾਵਾਂ ਦਾ ਸਾਡਾ ਸਾਥ ਹੈਗਾ ਅੱਛਾ ਮੇਰੀ ਗੱਲ ਸੁਣੋ ਤੁਸੀਂ ਜਦੋਂ ਥੀਏਟਰ ਵਗੈਰਾ ਕਰਦੇ ਸੋ ਰੇਡੀਓ ਤੋਂ ਬਾਅਦ ਤੁਸੀਂ ਥੀਏਟਰ ਕੀਤਾ ਜੀ ਅੱਛਾ ਪਹਿਲੇ ਤੁਸੀਂ ਨਾ ਆਪਣੇ ਮੁਹੱਲੇ 'ਚ ਥੀਏਟਰ ਕਰਦੇ ਸੋ ਜੀ ਐਸਾ ਹੀ ਇਬਰਾਰ ਹਕ ਨੂੰ ਲੱਭਦਾ ਫਿਰਦਾ ਸੀ ਉਸ ਜ਼ਮਾਨੇ 'ਚ ਉਹ ਕਹਿੰਦਾ ਸੀ ਪ੍ਰੀਤੋ ਮੇਰੇ ਨਾਲ ਵਿਆਹ ਕਰਦੇ ਤੇ ਬੱਬੂ ਰਾਣਾ ਕਹਿੰਦਾ ਸੀ ਰਾਣੋ ਮੇਰੇ ਨਾਲ ਵਿਆਹ ਕਰ ਲੈ ਰਾਣਾ ਮੇਰੇ ਨਾਲ ਯਾਦ ਹੈ ਨਾ ਪ੍ਰੀਤੋ ਦੀ ਛੋਟੀ ਭੈਣ ਰਾਣੋ ਹਾਂਜੀ ਹਾਂਜੀ ਇਹਨੂੰ ਯਾਦ ਹੋਵੇਗਾ ਮੇਰੇ ਬਗੈਰ ਮਾਸ਼ਾਅੱਲਾ ਉਹਦੇ ਹੁਣ 3 ਬੱਚੇ ਨੇ ਮਾਸ਼ਾਅੱਲਾ ਸਰ ਕੀ ਕਰੇ ਤੈਨੂੰ ਮਾਮੂ ਮਾਮੂ ਕਹਿੰਦੇ ਨੇ, ਤਿੰਨੋਂ ਬੱਚੇ ਐਸੇ ਪਾਸੇ ਬੜੇ ਖੁਸ਼ ਹੁੰਦੇ ਤੂੰ ਹੋਰ ਕੀ ਬਿਲਕੁਲ ਹਜ਼ੂਰੇ ਵਾਲਾ ਅਸਲ ਬ੍ਰੇਕ ਮੈਂ ਸਮਝਦਾ ਵਾਂ ਥੀਏਟਰ ਦੇ ਫਨਕਾਰਾਂ ਨੂੰ ਟੈਲੀਵਿਜ਼ਨ ਨੇ ਦਿੱਤੀ ਹੈ No doubt. ਸਰ ਜੀ ਟੈਲੀਵਿਜ਼ਨ ਨੇ ਜਿੱਥੇ ਪਹੁੰਚਾਇਆ ਸਾਡੇ ਥੀਏਟਰ ਦੇ ਫਨਕਾਰਾਂ ਨੂੰ ਐਸੇ ਹੀ ਕਦਰੋਂ ਮੰਜ਼ਿਲ ਤੇ ਪਜ਼ੀਰਾਈ ਚ बिल्कुल ਐਸੇ ਔਰ ਹੀ ਤੋਰਮਿਆਂ ਚ ਉਹ ਥੀਏਟਰ ਨਹੀਂ ਦੇ ਸਕਿਆ ਕਰਮ ਹੋ ਗਿਆ ਬਿਲਕੁਲ ਕਰਮ ਹੋ ਗਿਆ ਐਸਾ ਹੀ ਹੈ। ਹਜ਼ੂਰੇ ਵਾਲਾ ਟੈਲੀਵਿਜ਼ਨ ਤੇ ਤੁਸੀਂ ਸਭ ਤੋਂ ਪਹਿਲੇ ਕਦੋਂ ਆਏ ਟੈਲੀਵਿਜ਼ਨ ਤੇ ਮੈਂ ਸਰ 2011 ਦੇ ਵਿੱਚ ਮੇਰਾ ਆਈਟਮ ਇੱਕ ਚੱਲਿਆ ਸੀ ਮੇਰੇ ਮੁਲਕ ਦੀ ਬਿਜਲੀ ਜੀ ਬੜਾ ਕ੍ਰਾਈਸਿਸ ਸੀ ਉਦੋਂ ਲੋਡ ਸ਼ੈਡਿੰਗ ਉਹਦਾ ਨਾਮ ਸੀ ਲੋਡ ਸ਼ੈਡਿੰਗ ਸਟੂਡੀਓ ਕੋਕ ਸਟੂਡੀਓ ਦੀ ਪੈਰੋਡੀ ਸੀ ਉਸ ਤੋਂ ਬਾਅਦ ਉਹ ਮੇਰਾ ਪਹਿਲਾ ਕਹਿ ਲਓ ਕਿ ਰਹਿਮਤ ਦਾ ਕਤਰਾ ਮੇਰੇ ਵਾਸਤੇ ਸਾਬਤ ਹੋਇਆ ਕਿ ਤਮਾਮ ਲੋਕਾਂ ਨੂੰ ਪਤਾ ਚੱਲਿਆ ਕਿ ਇਹ ਵੀ ਕੋਈ ਮੁੰਡਾ ਹੈਗਾ ਉਸ ਤੋਂ ਪਹਿਲੇ ਮੈਂ ਬੱਬੂ ਬਰਾਲ ਸਾਹਿਬ ਦੇ ਨਾਲ ਉਹਨਾਂ ਦੀ ਖਿਦਮਤ 2-3 ਸਾਲ ਲਾਹੌਰ करता रहा नहीं भाई नहीं पता उन्होंने यहाँ मैं हल्की सी नईम साहब वजाहत कर दूँ एक कहानी होती है जो लोग अपने बारे में सुनाते हैं एक कहानी मेरे पास होती है जो मैंने अपनी आंखों से देखी होती है टेलीविज़न और मेरे मुल्क दी बिजली जी ए वे मेरे मुल्क दी बिजली जी से बहुत पहले हाँ जी कितनी देर तक मेरे भाई ने कितनी मेहनत की है रॉयल चैनल एक होता था जी ऐसे ही याद है आपको उधर वट्टू साहब दा सर वट्टू साहब का उनके फौत हो गए ने हाँ, अल्लाह जल्दी। मगर ये याद है कि उस एक सेट के ऊपर जहाँ पे दरबारे अकबरी लगा होता था जी ऐसे और ही बड़े ही फिक्के बंदे होंगे सन सारे एडा फिक्का मैं देखा नहीं अल्हम्दुलिल्लाह वहाँ बरसों बैठ के इस आदमी ने मौसीकी और अदाकारी का रंग भरा है ऐसे ही ਹੁਣ ਦੱਸ ब्लैक फेल हो गया कि नहीं डॉक्टर तू साहब। सीधा उत्थे पहुंचे जी, जी, ऐसे ही। अच्छा जी अब ये आपने जिक्र किया बब्बू बराल साहब का हाँ जी। हमारे पास अब 2 लोग हैं कॉमेडी में बब्बू बराल साहब जैसे बड़े जाइंट और बब्बू राणा जैसा बड़ा जाइंट इनका ताल्लुक क्या है क्यों नाम एक जैसे मेरा ये बब्बू बराल साहब ने खुद ही नाम रखा था बब्बू राणा अच्छा मेरा पहला नाम था बाबर सिद्दीक राणा और के नाम बाबर से अली। बाबर सिद्दीक के नाम से ਮੈਨੂੰ ਕਹਿੰਦੇ ਇਹ ਤੇ ਡਰਾਈਵਰਾਂ ਵਾਲਾ ਨਾਂ ਹੈਗਾ ਭੈੜਿਆ ਇਹ ਐਕਟਰਾਂ ਵਾਲਾ ਨਾਂ ਨਹੀਂ अच्छा ਕਹਿੰਦੇ ਇਸ ਨਾਮ ਦਾ ਬਾਦਸ਼ਾਹ ਵੀ 6 ਮਹੀਨੇ ਕੱਢਿਆ ਸੀ ਜਹਾਂਗੀਰ ਬਾਬਰ ਬੱਬੂ जहांगीर ਸਾਹਿਬ बाबर नहीं जहीरुद्दीन बाबर ਹੀਰੋਦੀਨ ਬਾਬਰ जी जी ਉਹ ਮੈਨੂੰ ਜਹਾਂਗੀਰ ਮੁਰਗ ਪੁਲਾਓ ਤੋਂ ਯਾਦ ਰਹਿ ਜਾਂਦਾ जी जी बिल्कुल बिल्कुल हाय ਇਸਲਾਮਾਬਾਦ ਜਿੱਥੋਂ जहांगीर ਮੁਫਤ ਚੌਲ हाय ਖਾਦੇ ਨੇ ਘੰਟਾ ਕਰਦਾ ਮੁਰਗ ਪੁਲਾਓ ਜਹਾਂਗੀਰ ਮੁਰਗ ਪੁਲਾਓ ਤੇ ਮੈਂਗੋ ਆਈਸਕ੍ਰੀਮ ਨਹੀਂ ਖਾਦੀ ਕਦੀ ਤੂੰ ਖਾਦੀ ਬਟਾਂ ਦੀ ਹਾਏ ਕਿਆ ਵਾਕਈ ਅੱਛਾ ਜੀ ਤੇ ਉਹ ਅਲ ਕੌਸਰ ਆਈਸਕ੍ਰੀਮ ਮੈਂਗੋ ਜਿਹੜੀ ਹੁੰਦੀ ਹੈ ਉੱਥੇ ਫਿਰ ਮੈਂ ਬੱਬੂ ਸਾਹਿਬ ਦੀ ਖਿਦਮਤ 'ਚ ਹਾਜ਼ਰ ਹੋਇਆ ਫਿਰ ਮੈਨੂੰ ਉਹਨਾਂ ਨੇ ਕਿਹਾ ਆਪਣਾ ਨਾਮ ਚੇਂਜ ਕਰ ਮੈਂ ਕਿਹਾ ਤੁਸੀਂ ਬਹੁਤ ਆਰਡਰ ਲਾਓ ਉਹ ਫਿਰ ਥੋੜੀ ਦੇਰ 2-3 ਘੰਟੇ ਬਾਅਦ ਅਚਾਨਕ ਬੈਠੇ ਬੈਠੇ ਕਹਿੰਦੇ ਲੈ ਵੀ ਤੇਰਾ ਨਾਮ ਜ਼ੇਨ 'ਚ ਆ ਗਿਆ ਤੇਰਾ ਨਾਮ ਹੋਣਾ ਚਾਹੀਦਾ ਬੱਬੂ ਰਾਣਾ ਔਰ ਫਿਰ ਉਹ ਕਹਿ ਲਓ ਕਿ ਨਾਮ ਦੀ ਨਿਸਬਤ ਹੋ ਜਾਂਦੀ ਨਹੀਂ ਭਾਈ ਉਹ ਜਦੋਂ ਦਾ ਇਹ ਨਾਮ ਮੇਰੇ ਨਾਲ ਜੁੜਿਆ ਹੈ ਤੇ ਉਸ ਤੋਂ ਬਾਅਦ ਫਿਰ ਰਸਤੇ ਸਿੱਧੇ ਹੁੰਦੇ ਗਏ ਨੇ ਅੱਜ ਦੇ ਦਿਨ ਤੱਕ ਵੀ ਨਹੀਂ ਸਮਝ ਆ ਰਹੀ ਅੱਲਾ ਕਿੱਥੋਂ ਇੱਜ਼ਤਾਂ ਨਵਾਜ਼ ਰਹੇ ਨੇ ਬੱਬੂ ਮੇਰੀ ਜਾਨ ਮੈਂ ਤੈਨੂੰ ਗੱਲ ਦੱਸਾਂ ਬੜੇ ਘੱਟ ਲੋਕਾਂ ਨੂੰ ਇਹ ਸਮਝ ਹੁੰਦੀ ਹੈ ਕਿ ਵੱਡਿਆਂ ਨੇ ਅਗਰ ਕੋਈ ਨਾਂ ਦਿੱਤਾ ਹੈ ਤੇ ਸ਼ਾਇਦ ਇਹੀ ਨਾਮ ਨੇ ਨਾਮਵਰ ਹੋਣਾ ਜੀ ਐਸੇ ਹੀ ਪਰ ਉਸ ਵੇਲੇ ਸਮਝ ਨਹੀਂ ਆਉਂਦੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਸ ਵੇਲੇ ਤੂੰ ਲਾਹੌਰ ਵਿੱਚ ਇੱਕ ਡਰਾਮਾ ਕਰਨ ਦਾ ਅਹਿਦ ਵੀ ਕੀਤਾ ਆਇਆ ਸੀ ਜੀ ਐਸੇ ਹੀ ਤੂੰ ਖਾਸ ਤੌਰ ਤੇ ਪ੍ਰੋਡਿਊਸਰ ਨੂੰ ਫੋਨ ਕੀਤਾ ਔਰ ਕਿਹਾ ਕਿ ਹਾਂ ਮੈਂ ਕਰਾਂਗਾ ਤੇ ਸਹੀ ਹਾਂ ਲੇਕਿਨ ਮੇਰਾ ਨਾਮ ਬੱਬੂ ਰਾਣਾ ਲਿਖਿਆ ਜੇ ਐਸਾ ਹੀ ਹੈ ਯਾਦ ਹੈ ਐਸੀ ਗੱਲ ਹੋਈ ਐਸਾ ਹੀ ਹੈ और सर कितनी को बरकत पई मैं तो छोटी सी तेरे गल शेयर करा अगर तू बुरा ना बनावे सर जी मैं बहुत ही छोटा होऊंगा या मतलब पैदा भी नहीं हुआ था साड़ी एक बड़ी वड्डी अदाकारा सन फिल्मां दी पंजाबी बीबी फिरदौस बेगम ਹਾਂਜੀ ਹਾਂਜੀ ਉਹਨਾਂ ਦੀ ਪਹਿਲੀ ਫਿਲਮ ਸੀ ਬਾਬਾ ਆਲਮਪੋਸ਼ ਸਨ ਸਿਆਪੋਸ਼ ਉਹ ਕਰਦੇ ਸਨ ਪਏ ਤੇ ਨਾਲ ਅਕਮਲ ਸਾਹਿਬ ਬੈਠੇ ਸਨ ਉਹਨੇ ਕਿਹਾ ਜੀ ਕੁੜੀ ਨਵੀਂ ਆਈ ਹੈ ਤੇ ਇਹਦਾ ਨਾਂ ਪੀਨੋ ਪੀਨੋ ਇਹਨੂੰ ਕਹਿੰਦੇ ਨੇ ਤੇ ਤੁਸੀਂ ਦੱਸੋ ਇਹਦਾ ਕੀ ਨਾਂ ਰੱਖੀਏ ਤੇ ਉਹਨਾਂ ਨੇ ਕਿਹਾ ਵੀ ਸੋਚ ਕੇ ਕਿ ਇਹਦਾ ਨਾਂ ਫਿਰਦੌਸ ਰੱਖੋ ਤੇ ਬੀਬੀ ਫਿਰਦੌਸ ਨੇ ਕਿਹਾ
ਫਿਰਦੌਸ ਤੱਕ ਕੀ ਮਤਲਬ? ਤੇ ਕਿਸੇ ਬੰਦੇ ਨੇ ਨਾਲੋਂ ਕਿਹਾ ਜੰਨਤ ਬੇਗਮ, ਉਹ ਕਹਿੰਦੀ ਨਾ ਨਾ ਨਾ, ਮੈਨੂੰ ਆਪਣੇ ਮੱਲੇ ਦੀ ਮਾਈ ਜੰਨਤੇ ਯਾਦ ਹੈ, ਛੁਹਾਰੇ ਵਰਗੀ ਸ਼ਕਲ ਚੁਰੀਆਂ ਦੇ ਬਾਰੇ ਮੈਂ ਨਹੀਂ ਜੀ ਇਹ ਨਾਂ ਰੱਖਣਾ। ਔਰ ਸਰ ਅੱਜ ਅਗਰ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਫਿਰਦੌਸ ਦੇ ਨਾਂ ਤੋਂ, ਜਿਸ ਤਰ੍ਹਾਂ ਤੈਨੂੰ ਯਾਦ ਕਰ ਰਹੇ ਹਾਂ। ਅੱਛਾ ਸਰ ਜੀ, ਬਾਕਾਇਦਾ ਸ਼ਾਗਿਰਦੀ ਕੀਤੀ ਤੁਸੀਂ ਬੱਬੂ ਬਰਾੜ ਜੀ? ਮੈਂ ਉਹਨਾਂ ਦੀ ਸ਼ਾਗਿਰਦੀ ਕੀਤੀ, ਫਿਰ ਉਹਨਾਂ ਦੀ ਦੁਆ ਮੇਰੇ ਨਾਲ, ਮੈਨੂੰ ਉਹਨਾਂ ਦੁਆਵਾਂ ਤੇ ਉਹਨਾਂ ਨੇ ਬਹੁਤ ਜ਼ਿਆਦਾ ਦਿੱਤੀਆਂ। ਇੱਕ ਜਿਹੜੀ ਦੁਆ ਨਕਸ਼ ਕਰ ਗਈ ਮੇਰੇ ਜ਼ਿਹਨ 'ਚ, ਜੋ ਮੈਨੂੰ ਉਸ ਤਰ੍ਹਾਂ ਹੀ ਹੋ ਰਿਹਾ ਜੋ ਉਹਨਾਂ ਨੇ ਕਿਹਾ। ਮੈਨੂੰ ਕਹਿੰਦੇ ਯਾਰ ਤੇਰੀ ਖੈਰ ਹੋਵੇ, ਤੂੰ ਮੇਰੇ ਨਾਲ ਇੰਨਾ ਟਾਈਮ ਤੋਂ ਹੈਗਾ ਹੈ ਤੇ ਜਾਂ ਤੈਨੂੰ ਦੁਆ ਹੈ ਕਿ ਤੂੰ ਕੁਛ ਵੀ ਨਹੀਂ ਕਰੇਗਾ ਲੋਕ ਤੈਨੂੰ ਮੰਨਣਗੇ। ਬਿਲਕੁਲ ਬਿਲकुल। और यकीन करो इस तरह ही हो रहा है, कुछ भी नहीं कर रहे तो जय जयकार भी हो रही है। डॉक्टर साहब मैं इनकी बात पे ये बात ज़रूर करूँगी कि इनमें दुआओं का बहुत अमल है, अमल दखल है। और जब तक आपके अंदर वो जो एक कहते हैं ना उसको, आजकल के लोगों को तो खैर पता ही नहीं है, आजिज़ी होनी चाहिए, आजिज़ी, इंकसारी होनी और चाहिए। उसके अलावा अदब का जो पैमाना है। और फिर जब आप अदब करते हैं और फिर ये दुआ लेना बड़ा मुश्किल है, और जब उस्ताद दुआ देता है तो इनके अंदर क्या कैटेगरीज होंगी? एवं नहीं इनका नाम वो ਅਸੀਂ ਐਵੇਂ बना। ਨਹੀਂ ਕਹਿੰਦੇ ਫਲਾਣਾ ਦੁਆਇਆ ਹੈ ਤੇ ਫਲਾਣਾ ਬਦਦੁਆਇਆ ਵੀ बददुआया ਹੈ। है, ਵਾਕਈ। यकीनन, दुआओं का अच्छा, बहुत मेरी असर जान, है। एक ਤੁਸੀਂ आए हो तो आज जैसे लोगों को मालूमात से इजाफा कीजिए, चांद बराल की रिश्तेदारी बब्बू बराल के साहब के साथ क्या बाप बेटे की है या मामू भांजे की है? मामू भांजे की है। कल किन्ना ਨੂੰ ਪਤਾ? ਤੁਹਾਨੂੰ अरे बस मेरी वजह से बाकी लोगों को पता लग गया जी। चांद बराल बेशक बुरा मनावे, ये रास्ता चांद बराल ही बना था मेरा बब्बू साहब तक बिल्कुल। आने का। मगर ये रिश्तेदारी हम इसलिए वाजे कर रहे हैं, कई दफ़ा उन पे इल्ज़ाम भी आते हैं कई वजहों से, क्योंकि बब्बू बराल साहब की ज़िंदगी आगे जाके बड़ी कठिन हो गई बाहर तौर। अब मैं इनसे पूछूंगा, आपकी भी अल्लाह ताला ने शख्सियत को किसी की दुआ लगा दी है, बिल्कुल, और इतने अरसे से इतना उम्दा गला रखना मजाक नहीं होता। गायकी बड़ी जल्दी छड़ दी है, ਤੁਹਾਨੂੰ जवानी तो जल्दी गायकी छड़ दी है, लोग ਐਨ ਜੋਬਨ ਦੇ ਉੱਤੇ ਗਲਾ ਖੁਸ਼ ਕਰ ਬੈਂਦੇ ਨੇ। ਉਹ ਬਜ਼ੁਰਗ ਕਹਿੰਦੇ ਗਾਣਾ ਜਵਾਨੀ ਦਾ, ਜੋਬਨ ਦਾ ਹਾਂ जवानी लम्बी हो ਜਵਾਨੀ सकती ਤੇ ਗਾਣਾ ਦੋਵੇਂ। बिल्कुल। मैं तो आपको अब मैं अपने आप को हमेशा जवान समझती हूँ। नहीं आपकी आप बात यकीन नहीं, कीजिए, मैं अपनी Very बात- मैं तो हमेशा समझती हूँ कि मैं 25 साल की हूँ, और आप मैं तो- समझती हूँ, और मैं पॉजिटिव सोचना चाहिए, हाँ, इसे कहते हैं ऑप्टिमिस्टिक थिंकिंग। बिल्कुल, जब आप अपने आप को खुद ही आप छोड़ नहीं, देंगे ये तो फिर मैं- आपको ये कौन नहीं कह रहा, किसने ये आपको खान साहब, क्या सलामत करना अली खान साहब है? की ये बात बहुत बता ज़रूरी रहा है। हूँ। आप लगती भी माशाल्लाह 25 साल की। ओह, आज शुक्रिया। मेरी और शबनम की मुलाकात तकरीबन 12 25 साल बाद हुई हुई, है। मैंने कहा शायद कहने लगे 25 साल बाद हुई। नहीं 25 साल 12 साल बाद हुई है। और यकीन वाकई। कीजिए एक दिन भी आप आगे नहीं बढ़ी। खुदा ताला सेहत माशाल्लाह, और जोबन और ऐसे जवानी ही। को कायम रखे। बिल्कुल। ये सलामत रहो। सर जी बात ये है कि शबनम इतनी प्यारी आवाज़ इस खित्ते में जहाँ रगी की गायकी को इतना पसंद नहीं किया जाता, इतनी मीठी आवाज़ को, मेरी बात को साफ समझिएगा, बुरा न जी, मानिएगा मेरी नहीं बात का, बिल्कुल मैं समझ रही हूँ डॉक्टर साहब, जगह बनाने में कितनी मुश्किल पेश है। बहुत मुश्किल होती है। और उस दौर में जब इतने बड़े नाम हों, और मैं समझती हूँ कि ये भी एक खुश नसीबी होती है, माँ बाप की दुआएं होती हैं, अपने उस्तादों की दुआएं होती हैं,